ਨਮਸਕਾਰ ਜੀ, ਮੈਂ ਤੁਹਾਡਾ ਮਿੱਤਰ ਪਿਆਰਾ ਡਾਕਟਰ ਐਸ ਕੇ ਜਾਨ ਜੀ ਹੋਸਟ। ਅੱਜ ਬਾਊ ਰਾਮਗੋਪਾਲ ਸ਼ਰਮਾ ਜੀ ਦਾ ਜੀ ਅਸੀਂ ਕੁਝ ਦਿਮਾਗ 'ਚ ਆਇਆ ਵੀ ਸਾਨੂੰ ਕੁਝ ਜਾਣਕਾਰੀ ਦਿਓ ਠੀਕ ਕਿ ਹੈ ਤੁਹਾਨੂੰ ਜੀ। ਪ੍ਰੇਰਨਾ ਸਰੋਤ ਠੀਕ ਹੈ ਕਿੱਥੋਂ ਮਿਲੀ। ਠੀਕ ਹੈ ਤੁਸੀਂ ਬਾਊ ਜੀ ਦੱਸੋ ਵੀ ਤੁਹਾਡਾ ਜਨਮ ਕਿੱਥੋਂ ਦਾ ਹੋਇਆ ਮੇਰਾ ਜਨਮ ਤੇ ਜੀ ਮਾਤਾ ਪਿਤਾ ਬਾਰੇ। ਮੇਰਾ ਜਨਮ 10/11/1952 ਦਾ ਹੈਗਾ ਜੀ। ਅੱਛਾ ਅੱਛਾ ਪਿੰਡ ਮੇਰਾ ਚਠਿਆਲ ਕਲਾਂ ਆ, ਗੜਦੀ ਵਾਲੇ ਲੱਗੇ ਆ ਅੱਛਾ ਤੇ ਡਿਸਟ੍ਰਿਕਟ ਹੁਸ਼ਿਆਰਪੁਰ ਨੂੰ ਮੈਂ ਬਿਲੋਂਗ ਕਰਦਾ ਜੀ। ਅੱਛਾ ਹੁਸ਼ਿਆਰਪੁਰ ਨੂੰ ਹਾਂਜੀ, ਬੁਲਾਉਂਦੇ ਹਾਂਜੀ। ਬਹੁਤ ਤੇ ਵਧੀਆ ਜੀ, ਮੇਰੇ- ਤੁਹਾਡੀ ਬੜੀ ਸਿਹਤ ਆ। YouTube 'ਚ ਵੀ ਤੁਹਾਡੀਆਂ ਪੋਸਟ ਵਗੈਰਾ ਜੀ, ਆਉਂਦੀਆਂ ਜੀ, ਤੇ ਇੱਕ ਜੀ, ਸਮਾਜ ਜੀ। ਨੂੰ ਬਹੁਤ ਵਧੀਆ ਦੇਣਾ ਤੁਹਾਡੀ। ਜੀ 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 ਇਸ ਕਰਕੇ ਸਾਨੂੰ ਜ਼ਰੂਰਤ ਮਹਿਸੂਸ ਹੋਈ। ਹਾਂਜੀ ਮੇਰੇ ਦੋਸਤਾਂ ਦੀ ਮੰਗ ਸੀ। ਮੇਰੇ ਫਾਦਰ ਸਾਹਿਬ ਦਾ ਨਾਂ ਸ਼੍ਰੀ ਜੈਤਨ ਸ਼ਰਮਾ ਜੀ ਆ ਜੀ 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 ਤੇ ਮਾਤਾ ਜੀ ਦਾ ਨਾਂ ਵਿਦਿਆਵਤੀ ਆ ਜੀ। ਜੀ 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 ਬਹੁਤ ਵਧੀਆ। ਤੇ ਮਾਤਾ ਜੀ ਦਾ ਘਰੇਲੂ ਕੰਮ ਦੇ ਵਿੱਚ ਹੀ ਰੁੱਝੇ ਰਹਿੰਦੇ ਸੀਗੇ ਹਾਂਜੀ ਤੇ ਫਾਦਰ ਸਾਹਿਬ ਮੇਰੇ ਖੱਦਰ ਬਣਾ ਦੇ ਵਿੱਚ ਸਰਵਿਸ ਕਰਦੇ ਸੀ। ਸਰਵਿਸ ਕਰਦੇ। ਪੰਜਾਬ ਬਹੁਤ ਖਾਦੀ ਗ੍ਰਾਮੀਣ ਗੋਦ ਸੰਘ ਅਦਬੋ ਦੁਆਬਾ ਉੱਥੇ ਸਰਵਿਸ ਕਰਦੇ ਸੀ। ਜੀ 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 ਹਾਂਜੀ ਹਾਂਜੀ ਇਦਾਂ ਹੀ ਗੱਲਬਾਤ ਹੈ ਜੀ। ਇਹ ਹੁਣ ਪਤਾ ਲੱਗਾ ਵੀ ਤੁਸੀਂ ਜੌਬ ਕਰਦੇ ਸੀ, ਜੀ ਜੀ ਰਿਟਾਇਰਡ ਹੋ ਗਏ ਹੋ। ਜੀ ਜਨਾਬ ਜੀ ਇਹ ਜਨਾਬ ਕਦੋਂ ਤੋਂ ਨੌਕਰੀ ਲੱਗੀ ਤੇ ਕਦੋਂ ਮੈਂ ਸਾਨੂੰ ਉਹਦੇ ਬਾਰੇ ਕੁਝ ਥੋੜਾ ਨੌਕਰੀ ਲੱਗੀ ਹੈਗੀ ਜੀ। ਮੈਂ ਸੰਨ 74 ਦੇ ਵਿੱਚ ਬਠਿੰਡੇ ਥਰਮਲ ਪਲਾਂਟ ਵਿੱਚ ਸਰਵਿਸ ਕਰਨ ਵਾਸਤੇ ਜੁਆਇਨ ਕੀਤਾ ਹੈਗਾ ਜੀ। ਕਿਹੜੇ ਡਿਪਾਰਟਮੈਂਟ ਜੀ? ਮੈਂ PSPCL ਥਰਮਲ ਪਲਾਂਟ ਬਠਿੰਡਾ। ਬਠਿੰਡਾ ਠੀਕ ਹੈ ਹਾਂ ਜੀ। ਬਿਜਲੀ ਬੋਰਡ ਦੇ ਵਿੱਚ ਥਰਮਲ ਪਲਾਂਟ ਬਠਿੰਡੇ ਵਿੱਚ ਮੈਂ ਸਰਵਿਸ ਕੀਤੀ ਹੈਗੀ 1974 ਤੋਂ ਲੈ ਕੇ ਤੇ 2011 ਤੱਕ। ਜੀ 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 ਬਿਲਕੁਲ। ਜੀ ਜੀ ਹਾਂਜੀ ਬਹੁਤ ਹਾਂਜੀ ਵਧੀਆ ਜੀ। ਇਦਾਂ ਇੱਕ ਹੋਰ ਬਹੁਤ ਸਾਨੂੰ ਵਧੀਆ ਜਿਹਦੇ ਕਰਕੇ ਸਾਨੂੰ ਇੱਕ ਮਜਬੂਰੀ ਇੱਕ ਹੋ ਗਈ ਸਾਰਿਆਂ ਦੀ ਜੀ, ਕਿ ਜੀ। ਅਸੀਂ ਤੁਹਾਨੂੰ ਪੁੱਛੀਏ ਜੀ ਜੀ ਵੀ ਇੰਨੇ ਸਾਲ ਤੁਸੀਂ ਰਾਵਣ ਦਾ ਰੋਲ ਕੀਤਾ। ਜੀ 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 ਬਿਲਕੁਲ ਇੰਨਾ ਜੀ ਲੰਬਾ ਸਮਾਂ ਰਾਵਣ ਦਾ ਰੋਲ ਅਸੀਂ ਕਦੀ ਅੱਜ ਤੱਕ ਦੇਖਿਆ ਨਹੀਂ। ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸ਼ਖਸੀਅਤ ਦੇ ਕੋਲ ਜੀ, ਅਸੀਂ ਅੱਜ ਜੀ। ਨਾਲ ਸਾਂਝ ਪਾ ਰਿਹਾ ਤੁਹਾਡੇ ਨਾਲ ਵਿਚਾਰਾਂ ਜੀ ਦੀ। ਜੀ 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 ਇਹ ਤੁਹਾਡਾ ਜਿਹੜਾ ਰਾਵਣ ਦਾ ਰੋਲ ਸੀ ਕਦੋਂ ਸ਼ੁਰੂ ਕੀਤਾ ਸੀ, ਕਿੱਥੋਂ ਤੋਂ ਮੈਂ ਸ਼ੁਰੂ ਜੀ ਕਰਕੇ ਤਾਂ 1974 ਤੋਂ ਸ਼ੁਰੂ ਕੀਤਾ ਸੀਗਾ ਜੀ। ਅੱਛਾ ਜੀ ਤੇ 1974 ਤੋਂ ਸ਼ੁਰੂ ਕਰਕੇ ਤੇ 2013 ਤੱਕ ਮੈਂ ਬਠਿੰਡੇ ਕੀਤਾ ਜੀ, ਅੱਛਾ ਇੱਕ ਸਟੇਜ ਦੇ ਉੱਤੇ ਲਗਭਗ। ਓਹੋ ਅੱਛਾ 2013 ਤੋਂ ਬਾਅਦ ਫਿਰ ਮੈਂ ਇੱਥੇ ਆ ਗਿਆ, ਹਰਿਆਣੇ ਆ ਗਿਆ, ਪੁੰਗੇ ਹਰਿਆਣੇ। ਅੱਛਾ ਉੱਥੇ ਹੁਸ਼ਿਆਰਪੁਰ ਫਿਰ ਚ। ਹਾਂਜੀ ਹਾਂਜੀ ਹੁਸ਼ਿਆਰਪੁਰ ਵਿੱਚ ਉੱਥੇ ਫਿਰ ਪਤਾ ਲੱਗਿਆ ਸਾਡੇ ਹਰਿਆਣੇ ਵਾਲਿਆਂ ਨੂੰ ਤੇ ਫਿਰ ਉਹਨਾਂ ਨੇ ਮੈਨੂੰ ਆਪਣੇ ਨਾਲ ਜੋੜ ਲਿਆ ਜੋੜ ਲਿਆ। ਤੇ ਫਿਰ ਮੈਂ 5 ਸਾਲ ਉੱਥੇ ਕੀਤਾ। 13 ਤੋਂ 18 ਤੱਕ ਮੈਂ ਹਰਿਆਣੇ ਆਪਣੇ ਰਾਵਣ ਦਾ ਰੋਲ ਕੀਤਾ ਹੈਗਾ ਜੀ। ਜੀ ਜੀ ਤੇ 19 ਦੇ ਵਿੱਚ ਮੈਂ ਥੋੜਾ ਆਪਣੇ ਉੱਤੇ ਡ੍ਰੌਪ ਕਰ ਗਿਆ ਸੀਗਾ। ਉਹ ਜੋ ਪ੍ਰਭੂ ਦੀ ਇੱਛਾ ਹੈ ਜੀ ਉਹਦੇ ਹਿਸਾਬ ਨਾਲ। ਇਹ ਲਗਭਗ ਜਿੰਨੀ ਤੁਸੀਂ ਦੱਸਦੇ ਮੇਰਾ ਖਿਆਲ 44 ਕੁ ਸਾਲ ਦਾ ਜੀ ਸਮਾਂ ਜੀ ਹਾਂ ਇੱਕ 44 ਸਾਲ ਹੋ ਗਿਆ ਹੋਣਾ ਜੀ ਆਪਣੇ। 44 ਸਾਲ ਹੋ ਗਏ ਜਿੱਦਾਂ ਠੀਕ ਤੁਸੀਂ ਹੈ ਦੱਸਣ ਡਏ। ਬਿਲਕੁਲ ਜੀ ਬਿਲਕੁਲ ਹੋ ਇਹ ਗਿਆ। ਬੜਾ ਇੱਕ ਰੌਚਕ ਹਾਂਜੀ, ਹਾਂਜੀ, ਇੱਕ ਹਾਂਜੀ। ਐਡੀ ਵੱਡੀ ਤੁਹਾਨੂੰ ਕਿੱਦਾਂ ਲੱਗਦਾ ਵੀ ਤੁਸੀਂ ਰਾਵਣ ਨੂੰ ਕਿੱਦਾਂ ਦੇਖਦੇ ਹੋ? ਮੈਂ ਰਾਵਣ ਨੂੰ ਬਹੁਤ ਵਧੀਆ ਬੰਦਾ ਸਮਝਦਾ ਜੀ। ਐਸੀ ਕੋਈ ਗੱਲ ਨਹੀਂ, ਇਹ ਨਹੀਂ ਵੀ ਰੋਲ ਕੀਤਾ ਆ। ਜੀ ਉਹ ਪੜ੍ਹਿਆ ਲਿਖਿਆ ਆਪਣੇ ਵਿਦਵਾਨ ਆਪਣੇ ਬ੍ਰਾਹਮਣ ਸੀਗਾ। ਉਹ ਕੋਈ ਛੋਟਾ ਮੋਟਾ ਨਾ ਸੀ। ਉਹ ਅੱਛਾ ਅੱਛਾ ਚਾਰੋਂ ਵੇਦ 6 ਸ਼ਾਸਤਰ ਉਹਦੇ ਕੰਠਸਥ ਸੀਗੇ ਜੋ। ਕੀ ਬਾਤ ਹੈ ਕੀ ਬਾਤ ਹਾਂਜੀ ਸ਼ਿਵਜੀ ਭੋਲੇ ਤੱਕ ਜਿਹੜੇ ਸੀ ਉਹਨੂੰ ਆਪਣੇ ਤੇ ਆ ਕੇ ਉੱਤੇ ਮਿਲਦੇ ਹੁੰਦੇ ਸੀ ਰਾਵਣ ਕੀ ਨੂੰ। ਬਾਤ ਉਹ ਕਹਿੰਦੇ ਯਾਰ ਤੂੰ ਜੇ ਰਾਵਣ ਕਹਿੰਦੇ ਵੀ ਮੈਂ ਭੋਲੇਨਾਥ ਜੀ ਤੁਹਾਨੂੰ ਮਿਲਣਾ ਹੈਗਾ, ਉਹ ਕਹਿੰਦਾ ਤੂੰ ਮੇਰੇ ਇੱਥੇ ਕੈਲਾਸ਼ ਪਰਬਤ ਨਾ ਵੀ ਮੈਂ ਤੈਨੂੰ ਮਿਲਣ ਵਾਸਤੇ ਆਉਂਦਾ ਹੈਗਾ, ਕਿਉਂ ਇੱਥੇ ਆ ਕੇ ਮੈਨੂੰ ਗਾਲਾਂ ਹੀ ਕੱਢੇਗਾ। ਏਡਾ ਉਹਦਾ ਕਿਰਦਾਰ ਤਕੜਾ ਸੀਗਾ ਜੀ। ਇਹ ਦੱਸਦੇ ਹੈਗੇ ਮਤਲਬ ਰਾਮਾਇਣ ਵਿੱਚ। ਹਾਂਜੀ ਹਾਂਜੀ ਅੱਛਾ ਜੀ ਬਹੁਤ ਵਧੀਆ ਜੀ। ਜੀ, ਨਵੀਂ ਜੀ, ਇੱਕ ਗੱਲ ਪਤਾ ਲੱਗੀ। ਲੈ ਕੇ ਆਵਾਤ ਹੈ ਤੇ ਜੀ। ਤੁਸੀਂ ਇਹਨੂੰ ਕਿੱਦਾਂ ਗਿਣਦੇ ਹੋ? ਬੁੱਧੀ ਗਿਆਨੀ ਮਹਾਤਮਾ ਜਾਂ ਬਹੁਤ ਵਧੀਆ ਮਹਾਤਮਾ ਟਾਈਪ ਬੰਦਾ ਹੈਗਾ ਜੀ, ਕੋਈ ਏਡੀ ਗੱਲ ਨਹੀਂ। ਹੋ ਸਕਦਾ ਮੈਂ ਸਮਝਦਾ ਕੋਈ ਉਹਦੇ ਉੱਤੇ ਉਹਨਾਂ ਸਮੇਂ ਦੇ ਉੱਤੇ ਕੋਈ ਗਲਤੀ ਹੋ ਵੀ ਗਈ ਹੋਵੇ, ਕੋਈ ਐਡੀ ਗੱਲ ਨਹੀਂ ਹੈ। ਪਰ ਮਤਲਬ ਇਹਨੂੰ ਜਿਹੜਾ ਉਹਦੇ ਬਹੁਤ ਲੰਬਾ ਚੌੜਾ ਲੈਂਦੇ ਹੈਗੇ ਅਸੀਂ, ਕਈ ਕੁਛ ਕਰਦੇ ਹੈਗੇ ਆ ਵੀ ਐਡੀ ਗੱਲਬਾਤ ਹੈ ਨਹੀਂ ਸੀਗੀ। ਤੇ ਬਾਕੀ ਚਲੋ ਦੁਨੀਆਦਾਰੀ ਹੈ ਜੀ, ਦੁਨੀਆਦਾਰੀ ਨੂੰ ਸੈਟੀਸਫਾਈਡ ਹੋਣਾ ਬਹੁਤ ਔਖਾ ਹੈ। ਅਸੀਂ ਤੁਹਾਡਾ YouTube ਤੇ ਦੇਖਿਆ। ਹਾਂਜੀ, ਹਾਂਜੀ, ਪ੍ਰੋਗਰਾਮ, ਹਾਂਜੀ, ਉਹਦੇ ਵਿੱਚ ਇੱਕ ਤੁਸੀਂ ਮਹਾਤਮਾ ਦਾ ਨਾਮ ਦਿੱਤਾ, ਮਹਾਤਮਾ ਦਾ ਨਾਮ। ਮੈਂ ਤਾਂ ਜੀ ਆਪਣੇ ਆਪ ਦੀ, ਕਿਉਂਕਿ ਮੈਂ ਆਪ ਰੋਲ ਕੀਤਾ ਹੈਗਾ, ਮੈਂ ਮਹਾਤਮਾ ਆਖੂ ਮੈਂ ਕਰੂੰਗਾ ਆਖਾਂ ਮੈਂ ਬੇਈਮਾਨ ਹੈ। ਬਾਕੀ ਤਾਂ ਰਾਮਾਇਣ ਦੱਸਦੀ ਹੈਗੀ ਜੋ ਕੁਝ ਵੀ ਹੈ। ਕਿਰਦਾਰ ਕਿੰਨੇ ਕੁ ਵਧੀਆ ਹੁੰਦੇ ਆ। ਅੱਜ ਦੁਨੀਆ ਵਿੱਚ ਕਿਰਦਾਰ ਕਿੰਨੇ ਲੋਕਾਂ ਦੇ ਚੰਗੇ ਹੈਗੇ ਮੈਨੂੰ ਦੱਸਣ। ਬਿਲਕੁਲ ਹਾਂ ਠੀਕ ਹੈ ਨਾ। ਵਾਕਿਆ ਜੀ। ਹਾਂ ਇਸ ਵਾਸਤੇ ਕੋਈ ਐਡੀ ਗੱਲ ਨਹੀਂ ਹੈ ਅੱਜ ਜੀ। ਤਾਂ ਕਹਿੰਦੇ ਹਰ ਘਰ ਰਾਵਣ ਜੰਮੇ ਉਹਦਾ ਜੀ ਜੀ ਭਰਾ ਹੋਣਾ ਚਾਹੀਦਾ। ਹਾਂ ਹਾਂ ਉਹਦਾ ਭਰਾ ਹੋਣੇ ਚਾਹੀਦੇ। ਬਿਲਕੁਲ ਜੀ ਬਿਲਕੁਲ ਬਿਲਕੁਲ। ਇਹ ਹਾਂਜੀ। ਬੜੀ ਇੱਕ ਵਿਲੱਖਣ ਰੋਲ ਸੀਗਾ ਤੁਹਾਡੇ ਲਈ। 44 ਸਾਲ ਦਾ ਸਮਾਂ ਬਤੀਤ ਕੀਤਾ ਤੁਸੀਂ ਬਿਲਕੁਲ ਜੀ life ਦਾ। ਬਿਲਕੁਲ ਬਿਲਕੁਲ ਬਿਲਕੁਲ। ਇਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਜੀ? ਪ੍ਰੇਰਨਾ ਇੱਦਾਂ ਹੀ ਆਪਣੇ ਬੱਚਿਆਂ ਵਾਂਗੂ ਜਾਂਦੇ ਸੀਗੇ, ਭਰਤੀ ਹੋਏ ਆ। ਉੱਥੇ ਰਾਮਲੀਲਾ ਹੁੰਦੀ ਸੀ, ਰਾਮਲੀਲਾ ਕਲੱਬ ਦੇ ਵਿੱਚ ਚਲੇ ਗਏ। ਉੱਥੇ ਹੌਲੀ ਹੌਲੀ ਚੱਲਦੇ ਚੱਲਦੇ ਉੱਥੇ ਅਸੀਂ ਰਾਵਣ ਦਾ ਰੋਲ ਜਿਹੜਾ ਸੀ ਮੈਨੂੰ ਕਿਸੇ ਫੋਰਮੈਨ ਨੇ ਮੈਨੂੰ ਸਿਲੈਕਟ ਕਰ ਲਿਆ ਜੀ ਆਪਣੇ ਉੱਤੇ। ਮੇਰੇ ਗੁਰੂ ਨੇ ਸਿਲੈਕਟ ਕਰ ਲਿਆ। ਇਹ ਤੋਂ ਪਹਿਲਾਂ ਮੈਂ ਆਪਣੇ ਪਿੰਡ ਅਭਿਮਨੂ ਦਾ ਰੋਲ ਕਰਦਾ ਹੁੰਦਾ ਜੀ। ਕ੍ਰਿਸ਼ਨ ਜਨਮਸ਼ਟਮੀ 2 ਵਜੇ ਮੈਂ ਅਭਿਮਨੂ ਦਾ ਰੋਲ ਕੀਤਾ। ਇੱਕ ਮੈਂ ਪਿੰਡ ਆਪਣੇ ਕੀਤਾ ਚਠਿਆਲੀਆਂ, ਇੱਕ ਨਾਲ ਮੇਲਾ ਲੱਗਦਾ ਰਾਜਪੁਰੇ ਪਿੰਡ ਹੈਗਾ ਜੀ, ਉਹ ਹੁਸ਼ਿਆਰਪੁਰ ਵਿੱਚ ਹੀ। ਉੱਥੇ ਮੈਂ ਆਪਦੇ ਅਭਿਮਨੂ ਦਾ ਰੋਲ ਕੀਤਾ ਜੀ। ਜਦੋਂ ਮੈਂ ਬਠਿੰਡੇ ਗਿਆ ਤੇ ਸਭ ਤੋਂ ਪਹਿਲਾਂ ਕ੍ਰਿਸ਼ਨ ਜਨਮਸ਼ਟਮੀ ਉੱਤੇ ਮੈਂ ਇਹਦਾ ਕੰਸ ਦਾ ਰੋਲ ਕੀਤਾ ਜੀ। ਅੱਛਾ ਉਦੋਂ ਮੈਂ ਕੰਸ ਦਾ ਰੋਲ ਕੀਤਾ। ਕੰਸ ਦੇ ਰੋਲ ਤੋਂ ਬਾਅਦ ਮੇਰੀ ਸਿਲੈਕਸ਼ਨ ਹੋ ਗਈ ਐਜ ਹੋਤੇ ਰਾਵਣ। ਮੈਨੂੰ ਟਿੱਕੇ ਗਿਆ ਸਮਝ।
ਤੇ ਮੈਂ ਰਾਵਣ ਲਈ 44 ਰੋਲ ਕੀਤਾ। ਹਾਂਜੀ 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 ਇੱਕ ਐਡਾ ਸਮਾਂ ਵਧੀਆ ਹੈ। ਹਾਂਜੀ ਹਾਂਜੀ ਮੈਂ ਕੋਈ ਰਾਵਣ ਦਾ ਰੋਲ ਕਰਦੇ ਕਰਦੇ ਕੋਈ ਯਾਦਗਾਰੀ ਇਦਾਂ ਦੀ ਜਿਹਨੂੰ ਤੁਸੀਂ ਮਹਿਸੂਸ ਕਰਦੇ ਆ ਕਿ ਬਹੁਤ ਦਿਲ ਦੇ ਨੇੜੇ ਸੀ? ਮੈਨੂੰ ਨਾ ਇੱਕ ਬਹੁਤ ਵਧੀਆ ਇਹ ਗੱਲਬਾਤ ਲੱਗੀ ਸੀਗੀ ਰਾਵਣ ਦੀ, ਕਿ ਜਦੋਂ ਸ਼ਰੂਫਨਗਰ ਨੱਕ ਕੱਟੀ ਗਈ ਸੀ ਨਾ, ਜੀ ਜੀ। ਤੇ ਉਦੋਂ ਆਪਣੇ ਰਾਵਣ ਮਸਤੀ ਵਿੱਚ ਬੈਠਾ ਸੀਗਾ, ਅੱਛਾ। ਮੌਜ ਮੇਲਾ ਕਰ ਰਿਹਾ ਸੀਗਾ, ਖਾ ਪੀ ਰਿਹਾ ਸੀਗਾ, ਕੋਈ ਏਡੀ ਗੱਲ ਨਹੀਂ ਆ ਰਾਜਾ ਉੱਥੇ। ਮਹਾਰਾਜਾ ਸੀ? ਹਾਂਜੀ ਹਾਂਜੀ, ਉੱਥੇ ਮਸਤੀ ਕਰਦੇ ਕਰਦੇ ਉਹ ਕੋਈ ਡਾਇਲੋਗ ਬੋਲ ਰਿਹਾ ਸੀਗਾ, ਤੇ ਉਹ ਡਾਇਲੋਗ ਬੋਲਦੇ ਦੌਰਾਨ ਤੇ ਮਾਂ ਆਪਣੀ ਭੈਣ ਜਿਹੜੀ ਉਹਦੀ ਸ਼ਰੂਫਨਗਾ ਸੀ, ਉਹ ਨੱਕ ਕੱਟ ਕੇ ਨਾ ਉੱਤੇ ਆ ਗਈ, ਉਹਦੀ ਨੱਕ ਕੱਟੀ ਗਈ ਸੀ। ਲక్ష్మణ ਜੀ ਉਹਦੀ ਨੱਕ ਕੱਟ ਦਿੱਤੀ ਸੀਗੀ। ਜੀ ਜੀ। ਤੇ ਉਦੋਂ ਮਸਤੀ ਵਿੱਚ ਗਾ ਰਿਹਾ ਸੀਗਾ, ਕਹਿ ਰਿਹਾ ਸੀਗਾ, वृक्ष डोले जमीन कांपे, ਕੀ ਬਾਤ ਹੈ। वृक्ष डोले जमीन कांपे, कदम मेरा हिलाने से हिले जाते हैं पर्वत भी जरा सा लब हिलाने से, मार दूं ठोकर तो पाए अर्श भी लर्जा उठे, देखो जिस तरह निगाहें कहर का तूफान उठे। क्या बात है। मूसा, तेजस्वी, प्रतापी, वीर, बलवान, बहादुर, दलेर और शेर, जिसकी भुजा बल का सिक्का तमाम आलम मानता है, जिसके नाम को हर छोटा और बड़ा जानता है। मैं जिस सल्तनत का हुक्मरान हूँ, उसको नामुमकिन है कि कभी ख्वाब में भी खिजा हो। क्या बात है। हाँ हाँ, मैं वो रावण हूँ जिसने अच्छे अच्छे मगरूर स्थलों को आन की आन में कुचल डाला। मैं वो रावण हूँ जिसने बड़े बड़े ताकतदारों को दम भर में खाक में मिला दिया। क्या बात है। वाकई लाखों को तहे खाक मिलाया मैंने, मौत की गोद में लाखों को सुलाया मैंने, शरबते मरग करोड़ों को पिलाया मैंने। अरे बशर तो चीज़ ही क्या है, खुदा की खुदाई तक को हिलाया मैंने। वाह जी वाह। पड़ गया जिस तरफ बस मिटा के छोड़ा, फूंक दिया, झुलस दिया, खाक में मिला के छोड़ा। वाह जी वाह। ਇਹ ਮौज ਮਸਤੀ ਕਰ ਰਿਹਾ ਸੀਗਾ ਜੀ। वाकई। ਉਹਦੇ ਨੂੰ ਸ਼ੂਫ ਨੇ ਆ ਗਈ, अच्छा जी। ਉਹ ਕਹਿੰਦੀ ਆ ਕੇ ਕਹਿਣ ਲੱਗੀ ਆ, पड़े तेरे आराम पर जाम खा के और जब खाक, तेरे जीते जी मेरी आज काट गई नाक। क्या बात। भैया दो लड़के इस दंडक वन में आए हैं, संग अपने सीता नामी सुकुमारी नारी लाए हैं, बंके हैं और लड़ाके हैं, गोया शमशीर उन्हीं की है, वो पंचपटी में रहते हैं, मानो जागीर उन्हीं की है। नादां उधर मैं जा निकली, उस नारी से मिलना चाहा, तभी नगोड़े लक्ष्मण ने मुझसे कुछ छल करना चाहा। बिल्कुल। तभी नगोड़े लक्ष्मण ने मुझसे कुछ छल करना चाहा, जब मैंने तेरा नाम लिया। शुरू मुखा कह रही है, जब मैंने तेरा नाम लिया, सुनते ही उसने दी गाली, फिर मेरे कान कतर डाले और मेरी नाक काट डाली। है जी। तो फिर रावण ने बोला, कहता है, हम शीरा तो गमनाक ना हो, उनकी भी नाक ना रखूंगा, भेजा नथनों की रा करूं, मिर्चों की नाश उन्हें दूंगा। क्या बात है। नारी की नाक उड़ाने में उठती है नाक नहीं ऊंची, अबला पर हाथ उठाने से उठती है ढाक नहीं ऊंची। बिल्कुल। मैं अभी नाक की सीध में जा, नाके पर उन्हें पकड़वाऊंगा और तेरे पास ला करके पृथ्वी पर नाक रगड़वाऊंगा। बल करे तो उनकी नाक छेद, उनके नकेट डलवा दूंगा और मौत का नाका दिखलाकर बस नाकों चने चबा दूंगा। वाकई। ये समाचार, ये दुराचार क्या खरदूषण से नहीं कहा? उनका तो बही अखाड़ा था, क्या कुलभूषण से नहीं कहा? बिल्कुल। उन्हें आख्या कहा तो था। फिर कहता क्या हुआ? कहती उन्होंने उनको भी मार दिया, सभी को मार दिया, तलखिया। उन्हें गुस्सा आ गया, कहना जाओ, कहना उन्हें सारे ने उन्हें मारता। बहना वो काटे नाक तेरी, आओ जीते रहे जमाने में, टूटे ये दोनों भुजा मेरी, लानत है शस्त्र उठाने में। तुम जाओ, थोड़ी धीर धरो, मैं दंडक मन को जाता हूँ, इस नाक काटने का बदला उन तपस्वियों से अभी चुकाता हूँ। यदि सच्चे अवतारी हैं वो, तो बैर का नाता जोड़ूंगा, पिछले जन्म का बंधन भी मैं उन्हीं के हाथों तोड़ूंगा। मौत नहीं मोक्ष है ये, बैर नहीं अनुराग है ये। वो भी हों, तीर भी हों उनके
भक्तों के लिए सुहाग है जी। इसलिए बहना आप चले जाओ, इस नाक काटने का मैं बदला अभी लेता हूँ। ਬਹੁਤ ਵਧੀਆ ਜੀ, ਬਹੁਤ वो चले गई जी। ਠੀਕ ਹੈ ਜੀ। फिर रावण के मन में आया कि ये काम अकेले छोड़ना बहुत मुश्किल है, अगर एक साथी और मिल जाए तो बेड़ा पार है। ਬਿਲਕੁਲ अकेले से काम होना बहुत दुश्वार है, अगर एक साथी और मिल जाए तो बेड़ा पार है। फिर कहता है ठीक, सोच विचार करके ਜੀ ਬਿਲकुल सोच विचार करके बोल रहा है, जब एक अकेली ताकत ने उन सब वीरों को मार लिया तो निश्चय ये प्रसिद्ध हुआ कि नारायण ने अवतार लिया। ਕੀ ਬਾਤ ਹੈ। अपना परिचय देने को कि उन्होंने ऐसी युक्ति है, इसी रण के कारण ही शायद होनी भी मेरी मुक्ति है। ਵਾਹ ਜੀ ਵਾਹ। यदि सच्चे अवतारी हैं वो, तो बैर का नाता जोड़ूंगा, पिछले जन्म का बंधन भी मैं उन्हीं के हाथों तोड़ूंगा। बैर नहीं अनुराग है जे, भक्तों के लिए सुहाग है जे। बहना वो काटे नाक तेरी और जीते रहे जमाने में, टूटे ये दोनों भुजा मेरी लानत है शास्त्र उठाने में। ये सबको विचार करके ना फिर उसने थोड़ा आराम किया, उसके बाद में विचार किया। उसके विचार के मुताबिक बोला कि जब एक अकेली ताकत ने उसको फिर समर्थ करने के लिए, उसको ठीक करने के लिए, तो उसने सोचा किसकी मदद लूँ, अकेले से काम होना बहुत दुश्वार है। ਬਿਲकुल मारीच यार आया उन्होंने, मारीच मेरे भादर मारीच, तू बड़ा दिलेर है, आखिर शेरों का शेर है। अभी जाकर उसको अपना दिल्ली मुद्दा बताता हूँ, कपट से फ्रेज से गुले तर्क उड़ाता हूँ सीता को। अगर चाहे मैं पशंबर में, अगर चाहे मैं शादी में पश्चिमा होकर आया था, तो एक बार फिर उसको अपना याद दिलाता हूँ। ਬਿਲकुल ਵਾਹ ਜੀ ਵਾਹ। तो ऐसे करके फिर जाके वो मारीच को मिला, मारीच की मदद की। तो ऐसा करके ये मेरे को सीन बहुत ही अच्छा लगा, क्योंकि इतना विद्वान आदमी था। उसने विचार किया, जब उसने सभी को मार दिया तो फिर ही उसने बोला कि जब एक अकेली ताकत ने उन सब वीरों को मार लिया तो निश्चय ये प्रसिद्ध हुआ कि नारायण ने अवतार दिया। भम भम बोले हर हर महादेव। ਬਹੁਤ ਵਧੀਆ ऐसा विचार है जी। ਅੱਜ ਅਸੀਂ ਉਸ ਸ਼ਖਸੀਅਤ ਕੋਲ ਬੈਠੇ ਆ ਜਿਹਦੀ 44 ਸਾਲ जी जी ਬਹੁਤ ਸਮਾਂ ਹੁੰਦਾ ਜੀ। ਬਹੁਤ ਤੁਹਾਡਾ ਧੰਨਵਾਦ ਆ ਜੀ। ਅੱਜ ਅਸੀਂ ਗੈਟ ਟੂਗੇਦਰ ਕੀਤਾ 44 ਸਾਲ ਰਾਵਣ ਦਾ ਰੋਲ ਕਰਨ ਵਾਲੇ ये प्रभु की ਸ਼੍ਰੀ कृपा ਰਾਮ है, ਗੋਪਾਲ ਸ਼ਰਮਾ ਜੀ। प्रभु की कृपा है जी। ਬਹੁਤ ਵਧੀਆ ਜੀ। ਤੁਹਾਨੂੰ ਮੇਰੇ ਹਿਸਾਬ ਨਾਲ ਵੀ 8-9 ਮਿੰਟ ਦੇ ਥੋੜੇ ਡਾਇਲੌਗ ਜੀ, ਜੀ, ਇੱਕਦਮ ਕੋਈ ਤੁਸੀਂ ਦੇਖਿਆ ਨਹੀਂ, ਮੂੰਹ ਜ਼ਬਾਨੀ ਤੁਹਾਨੂੰ ਰਟਿਆ। ਇੱਕ ਕਿਰਪਾ ਹੁਸ਼ਿਆਰਪੁਰ ਵਿੱਚ ਰਹਿ ਰਹੇ ਆ। ਹਾਂਜੀ ਹੁਸ਼ਿਆਰਪੁਰ ਚ ਹੀ ਹਾਂਜੀ ਬਿਲਕੁਲ। ਹਾਂਜੀ ਹਾਂਜੀ। ਅੱਜ ਬਹੁਤ ਵਧੀਆ ਲੱਗਾ ਜੀ। 44 ਸਾਲ ਦੀ ਜਿਹੜੀ ਰਾਵਣ ਦਾ ਰੋਲ ਕਰਨ ਵਾਲੇ ਜੀ, ਜੀ। ਹੁਸ਼ਿਆਰਪੁਰ ਦੇ ਸਾਡੇ ਵਾਸੀ ਆ। ਕੀ ਬਾਤ ਅਸੀਂ ਹੈ ਮਾਣ ਜੀ, ਮਹਿਸੂਸ ਹਾਂ, ਕਰਦੇ ਕੀ ਆ। ਬਾਤ ਹੈ ਜੀ, ਵਾਹ ਜੀ, ਇੱਕ ਵਾਹ, ਵਾਹ। ਹੋਰ ਬਾਊ ਜੀ ਬਹੁਤ ਹਾਂਜੀ ਹਾਂਜੀ ਵਿਲੱਖਣ ਗੱਲ ਆ ਜੀ ਜੀ ਬਾਊ ਰਾਮਗੋਪਾਲ ਸ਼ਰਮਾ ਜੀ ਦੀ। ਜੀ ਜੀ ਤੇ YouTube ਵਿੱਚ ਤੁਹਾਡੀਆਂ ਕਵਿਤਾਵਾਂ ਬਹੁਤ ਪਿਆਰੀਆਂ ਹਾਂਜੀ 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 ਔਰ ਕੋ ਸਮਾਜ ਨੂੰ ਸੇਧ ਦੇਣ ਵਾਲੀਆਂ ਸੇਧ ਦੇਣੇ ਤੁਸੀਂ ਸਮਾਜ ਬਿਲकुल ਨੂੰ ਦਿੱਤੀਆਂ। ਹਾਂਜੀ 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 ਇਹਦਾ ਬਹੁਤ ਵੱਡਾ ਯੋਗਦਾਨ ਆ ਤੁਹਾਡਾ। ਜੀ ਜੀ ਜੀ। ਇਹ ਇਹ ਪ੍ਰੇਰਣਾ ਫੇ ਇੱਕ ਵੀ- ਅਲੱਗ ਇਹ ਵੀ- ਇੱਕ ਨੌਕਰੀ ਤੁਹਾਡੀ ਬਿਜਲੀ ਇਹ ਡਿਪਾਰਟਮੈਂਟ ਵੀ ਚ, ਮੈਂ ਦੱਸਦਾ ਜੀ, ਇਹ ਵੀ ਇੱਕ ਤੁਹਾਡੀ ਰਾਵਣ ਦਾ ਰੋਲ, ਇਹ ਵੀ ਮੈਂ ਇੱਕ ਦੱਸਦਾ ਜੀ, ਕਵਿਤਾ ਹੈ ਮੇਲ ਨਹੀਂ ਖਾਂਦਾ ਇਹ ਵੀ ਮੈਂ ਦੱਸਦਾ। ਮੇਰ ਹੋ ਦਾ ਗਿਆ। ਕੋਈ ਵੀ ਨਹੀਂ ਖਾਂਦਾ ਜੀ, ਮੇਰ ਖਾਦੀ ਆ ਪ੍ਰਭੂ ਦੀ ਇੱਛਾ। ਜੀ ਜੀ ਬਿਲਕੁਲ ਮੈਂ ਜਦੋਂ ਆਪਣੇ ਬਠਿੰਡੇ ਥਾਂ ਪਲਾਨ ਦੇ ਸੀਗਾ, ਤੇ ਮੇਰੇ ਸਾਥੀ ਜਿਹੜੇ ਰਿਟਾਇਰ ਹੁੰਦੇ ਸੀ ਨਾ, ਜੀ ਤੇ ਮੈਂ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੰਦਾ ਹੁੰਦਾ ਸੀ ਨਾ, ਤਾਂ ਮੈਂ ਕਵਿਤਾ ਦੇ ਰੂਪ ਦੇ ਵੀ ਲਿਖ ਕੇ ਦਿੰਦਾ ਹੁੰਦਾ ਸੀਗਾ। ਮੈਂ ਸਪੈਸ਼ਲ ਉਸ ਬੰਦੇ ਨੂੰ ਜਿਹੜਾ ਵੀ ਜਾਂਦਾ ਸੀ ਉਹਨੂੰ ਐਪਰੀਸ਼ੀਏਟ ਕਰਦਾ ਹੁੰਦਾ ਸੀਗਾ, ਚਾਹੇ ਨਕੰਮਾ ਵੀ ਹੋਵੇ ਫਿਰ ਵੀ ਐਪਰੀਸ਼ੀਏਟ ਕਰਦਾ ਸੀਗਾ। ਕੋਈ ਐਡੀ ਗੱਲ ਨਹੀਂ, ਜੋ ਉਹਦੀਆਂ ਅੱਛੀਆਂ ਭਾਵਨਾਵਾਂ ਹੈਗੀਆਂ ਉਹ ਲੈ ਕੇ ਤਾਂ ਮੈਂ ਉਹਦੇ ਉਹ ਲਿਖਦਾ ਹੁੰਦਾ ਸੀਗਾ। ਉਹਦੇ ਬਾਅਦ ਮੈਂ ਇੱਥੇ ਆ ਗਿਆ ਜੀ ਆਪਣੇ ਉੱਤੇ ਹੁਸ਼ਿਆਰਪੁਰ ਆ ਕੇ ਫਿਰ ਉਹੀ ਮਾਂ ਪ੍ਰੇਰਨਾ ਤੋਂ ਮੈਂ ਇਹ YouTube ਦੇ ਵਿੱਚ ਜਿਹੜੀਆਂ ਪਾ ਰਿਹਾ ਹੈਗਾ ਨਾ, ਹਾਂਜੀ, ਉਹ ਫਿਰ ਸ਼ੁਰੂ ਕੀਤੀਆਂ ਹੈਗੀਆਂ। ਉਹਦੇ ਵਾਸਤੇ ਪ੍ਰਮਾਤਮਾ ਦੀ ਐਡੀ ਕਿਰਪਾ ਹੈ ਜੀ। ਪਤਾ ਨਹੀਂ ਸ਼ਬਦਕੋਸ਼ ਦਾ ਖਜ਼ਾਨਾ ਕਿੱਥੋਂ ਆਈ ਜਾ ਰਿਹਾ, ਕਿੱਥੋਂ ਨਹੀਂ ਆਉਂਦਾ। ਪੰਨ ਤੋੜ ਕਰ ਕਰਕੇ ਇੱਕ ਹਫ਼ਤੇ ਵਾਂਗੂ ਇੱਕ ਮੈਂ ਆਪਣੇ ਉੱਤੇ ਉਹ ਲਿਖਦਾ ਹੈਗਾ ਜੀ, ਪੋਇਮ ਲਿਖਦਾ ਹੈਗਾ, ਜਿਹਦੇ ਉੱਤੇ ਆਮ ਪਬਲਿਕ ਦੇ ਵਾਸਤੇ ਜਿਹੜੀ ਅੱਜ ਕੱਲ੍ਹ ਵਾਪਰਦੀ ਉਹੀ ਪੋਇਮ ਲਿਖਦਾ ਹੈ। ਕੋਈ ਮਾੜੀ ਪੋਇਮ ਨਹੀਂ ਮਿਲਦਾ ਸਮਝ ਦੇ ਹਿਸਾਬ ਨਾਲ, ਹੈ ਨਾ। ਉਹ ਪਾ ਕੇ ਤਾਂ ਹਫ਼ਤੇ ਵਾਂਗੂ ਜਿਹੜੀ ਹੈਗੀ ਆ ਉਹ ਆਪਾਂ ਉਹਦੇ YouTube ਨੂੰ ਆਪਣੇ ਜਿਹੜਾ ਹੈਗਾ ਉਹ ਸਮਰਪਿਤ ਕਰ ਦਿੰਦੇ ਹੈਗੇ ਆ। ਉਹਦੇ ਉੱਤੇ ਕੋਈ ਅਸਰ ਕਰੇ ਨਾ ਕਰੇ ਜੀ, ਇਹ ਪਬਲਿਕ ਦੀ ਮਰਜ਼ੀ ਹੈਗੀ ਆ। ਅਸੀਂ ਇਹ ਸਮਝਦੇ ਹਾਂ ਕਿ 100 ਦੇ ਵਿੱਚੋਂ ਜੇ ਇੱਕ ਬੰਦਾ ਵੀ ਅਸਰ ਕਰ ਗਿਆ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਸਫਲ ਹੋ ਜਾਂਦੀ ਹੈ। ਕੋਈ ਐਡੀ ਗੱਲ ਨਹੀਂ। ਬਹੁਤ ਧੰਨਵਾਦ ਜੀ ਤੁਹਾਡਾ। ਹੋਰ ਅੱਜ ਦੱਸੋ ਅਸੀਂ ਗੈਟ ਟੂਗੇਦਰ ਕੀਤੀ ਆ ਬਾਊ ਰਾਮਗੋਪਾਲ ਸ਼ਰਮਾ ਜੀ ਜੀ। ਜਿਹਨੇ 44 ਸਾਲ ਤੱਕ ਰਾਵਣ ਦਾ ਰੋਲ ਕੀਤਾ ਹਾਂਜੀ 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 ਔਰ ਅਣਥੱਕ ਮਿਹਨਤ ਦੇ ਪ੍ਰਤਿਭਾਸ਼ਾਲੀ ਆ। ਜੀ 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 ਬਹੁਤ ਮਿਹਨਤ ਕੀਤੀ ਆ, ਜੌਬ ਕੀਤੀ ਇਮਾਨਦਾਰੀ ਦੀ। ਹਾਂਜੀ ਹਾਂਜੀ ਅੱਜ ਰਿਟਾਇਰਮੈਂਟ ਤੁਸੀਂ
ਦਾ ਨਿੱਘ ਮਾਣ ਰਹੇ ਹੋ, ਕਿੱਦਾਂ ਬਿਲਕੁਲ। ਲੱਗਦਾ ਤੁਹਾਨੂੰ? ਬਸ ਵੀ ਬਹੁਤ ਵਧੀਆ ਲੱਗ ਰਿਹਾ ਹੈਗਾ ਜੀ। ਤੁਹਾਨੂੰ ਦੱਸਿਆ ਇੱਕ ਤਾਂ ਪੋਇਮ ਬਗਾ ਇਲੈਕਸ਼ਨ ਦੀ ਹੈਗੀ ਆ, ਇੱਕ ਬੈਕ ਸਾਈਡ ਉੱਤੇ ਆਪਣੇ ਥੋੜੀ ਜਿਹੀ ਜਗ੍ਹਾ ਹੈਗੀ ਹੈ ਖਾਲੀ ਪਈ ਆ, ਅੱਛਾ ਜੀ। 4-5 ਮਰਲੇ ਦੀ ਜਗ੍ਹਾ ਹੈਗੀ ਆ ਜੀ। ਪਾਣੀ ਪੂਣੀ ਲਾ ਛੱਡੀ ਆ, ਥੋੜਾ ਬਹੁਤ ਸਬਜ਼ੀ ਭਾਜੀ ਬੀਜ ਛੱਡੀ ਹੈਗੀ, ਟਾਈਮ ਪਾਸ ਕਰ ਛੱਡੀ ਜਾਏਗਾ, ਕੋਈ ਐਡੀ ਗੱਲ ਨਹੀਂ ਹੈ ਜੀ। ਬੜੀ ਕਿਰਪਾ ਹੈ ਪ੍ਰਭੂ ਦੀ, ਬਹੁਤ ਧੰਨਵਾਦ ਤੁਹਾਡਾ। ਬਹੁਤ ਕਿਰਪਾ ਹੈਗਾ ਜੀ। ਤੇ ਅਸੀਂ ਵੀ ਬੜਾ ਗੌਰਵ ਮਹਿਸੂਸ ਕਰਦੇ ਹਾਂ ਕਿ ਅਸੀਂ ਤੁਹਾਡੇ ਨਾਲ ਠੀਕ ਹੈ ਜੀ, together ਬੈਠੇ ਹਾਂ ਜੀ। ਬਹੁਤ ਹਾਂਜੀ ਧੰਨਵਾਦ ਹਾਂਜੀ, ਜੀ। ਮੈਂ ਤੁਹਾਡਾ ਵੀ ਬਹੁਤ ਧੰਨਵਾਦੀ ਹਾਂ ਜੀ, ਤੇ ਮੈਂ YouTube ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹਾਂ ਜੀ, ਜਿਹੜੇ ਸਾਨੂੰ ਉਹ ਤੇ ਜਿਹੜੀ ਗਿਆ ਸਾਡੀ ਕੀਤੀ ਹੋਈ ਲਿਖੀਆਂ ਹੋਈਆਂ ਚੀਜ਼ਾਂ ਜਿਹੜੀਆਂ ਗਾਹਾਂ ਜਨਤਾ ਜਨਾਰਦਨ ਤੱਕ ਪਹੁੰਚਾਉਂਦੇ ਹੈਗੇ ਆ, ਤੇ ਸਾਨੂੰ ਵੀ ਇਸ ਚੀਜ਼ ਦਾ ਆ ਸਾਡੇ ਨਾਲ ਜਿਹੜੇ ਆ ਸਾਡੇ ਕਲਾਕਾਰ ਹੈਗੇ ਆ, ਬੱਚੇ ਆ, ਇਹ ਆ ਕੇ ਸਾਡਾ ਉਹਦੇ ਕੈਮਰਾਮੈਨ ਸਾਡੇ ਕੋਲ ਆਉਂਦੇ ਆ, ਇਹ ਵੀ ਸਾਨੂੰ ਕੁਝ ਨਾ ਕੁਝ ਆਪਣੇ ਗਾਈਡਲਾਈਨ ਦਿੰਦੇ ਆ ਜੀ। ਅੱਜ ਕੀ ਗੱਲ ਹੈ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਦਿਲੋਂ ਲਾਸਟ ਇੱਕ ਹੈਗਾ ਜੀ, ਜੀ ਥੋੜਾ ਜਿਹਾ ਪੁੱਛਦੇ ਆ ਜੀ ਵੀ ਦੁਸਹਿਰਾ ਆਉਣ ਵਾਲਾ ਜੀ, ਜੀ 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 ਆਪਾਂ ਇਹ ਜਿੱਦਾਂ ਬਦੀ ਤੇ ਦੂਜੇ ਦਾ ਦਿਨ ਹੁੰਦਾ, ਹਾਂਜੀ ਹਾਂਜੀ ਹਾਂਜੀ। ਕੀ ਬੱਚਿਆਂ ਨੂੰ, ਸਮਾਜ ਨੂੰ, ਨਵੇਂ ਯੁਵਾ ਵਰਗ ਨੂੰ ਕੀ ਪ੍ਰੇਰਣਾ ਦੇਣੀ ਚਾਹੁੰਦੇ ਆਪਾਂ? ਮੈਂ ਤਾਂ ਯੁਵਾ ਵਰਗ ਨੂੰ ਇਹ ਪ੍ਰੇਰਣਾ ਦੇਣੀ ਚਾਹੀਦੀ ਆ, ਇਹ ਬੜੇ ਪੁਰਾਣੇ ਸਮੇਂ ਦੀਆਂ ਤ੍ਰੇਤਾ ਯੁੱਗ ਦੀਆਂ ਗੱਲਾਂ ਹੁੰਦੀਆਂ ਥੋੜੀ ਆ। ਬਿਲਕੁਲ। ਪਤਾ ਕੀ ਆ ਜੀ, ਰਾਵਣ ਦੇ ਲਕਸ਼ਮਣ ਦੇ ਨਾ ਰਾਵਣ ਦੇ ਤੇ ਇਹਦੇ ਉਹਦੇ ਭਰਾ ਦੇ ਤਾਂ ਇਹਦੇ ਬੇਟੇ ਦੇ ਮੇਘਨਾਥ ਦੇ, ਹਾਂਜੀ, ਇਹਨਾਂ ਦੇ ਪੁਤਲੇ ਬਣਾਏ ਜਾਂਦੇ ਆ। ਉਹਨਾਂ ਵਿੱਚੋਂ ਪਤਾ ਨਹੀਂ ਕਿੰਨੀ ਕਿੰਨੀ ਬਰੂਦ ਭਰਿਆ ਜਾਂਦਾ ਹੈਗਾ। ਅਸੀਂ ਉਹਨਾਂ ਨੂੰ ਅੱਗਾਂ ਲਾਉਂਦੇ, ਅੱਗਾਂ ਲੱਗਣ ਤੋਂ ਬਾਅਦ ਸਾਰਾ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੈ, ਬਿਮਾਰੀ ਦਾ ਘਰ ਹੈ। ਬਿਲਕੁਲ ਜੀ, ਬਿਲਕੁਲ। ਮੈਂ ਪ੍ਰੇਰਣਾ ਦੇਣੀ ਚਾਹੁੰਦਾ ਹੈਗਾ ਕਿ ਚਲੋ ਅਗਰ ਤੁਸੀਂ ਤੁਹਾਨੂੰ ਪ੍ਰਭੂ ਰਾਮ ਜੀ ਕਹਿ ਗਏ ਵੀ ਹਾਂ ਵੀ ਤੁਸੀਂ ਆਪਣੇ ਵਿਆਹ ਤੇ ਖੁਸ਼ੀ ਵੀ ਮਨਾਇਆ ਕਰੋ ਤੇ ਗਵੀ ਦੇ ਤੌਰ ਤੇ ਤੂੰ ਫੂਕਿਆ ਵੀ ਕਰੋ, ਪਰ ਪ੍ਰਭੂ ਰਾਮ ਜੀ ਮੈਂ ਸਮਝਦਾ ਹੈਗਾ ਇਹਨਾਂ ਵੀ ਕਹਿੰਦੇ ਹੋਣਗੇ ਯਾਰ ਇੰਨਾ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ, ਪ੍ਰਦੂਸ਼ਣ ਬਹੁਤ ਜ਼ਿਆਦਾ ਹੈ। ਅਗਰ ਕਿਸੇ ਨੇ ਕਰਨਾ ਆ, ਮੈਂ ਨਹੀਂ ਕਹਿੰਦਾ ਨਾ ਕਰੋ, ਖੁਸ਼ੀ ਵੀ ਮਨਾਓ, ਗਵੀ ਮਨਾਓ, ਦੁਨੀਆਦਾਰੀ ਵਿੱਚ ਆਏ ਆ, ਸਾਨੂੰ ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹ ਉਹਦੇ ਹਿਸਾਬ ਨਾਲ ਡੀਲ ਕਰਨਾ ਚਾਹੀਦਾ। ਪਰ ਥੋੜਾ ਜਿਹਾ ਤੁਸੀਂ ਜ਼ਿਆਦਾ ਕਰਨਾ ਨਾ, ਇੰਨੇ ਪਟਾਕੇ ਨਾ ਪਾਓ, ਐਡੇ ਐਡੇ ਵੱਡੇ ਬੁੱਤ ਨਾ ਬਣਾਓ, ਨੁਕਸਾਨ ਹੈ ਇਹ। ਤੁਸੀਂ ਦੇਖੋ ਦੇਸ਼ ਦਾ ਕਿੱਡਾ ਨੁਕਸਾਨ ਹੈ ਜੀ ਇਹ, ਕਿੰਨੇ ਕਿੰਨੇ ਪੈਸੇ ਲੱਗਦੇ ਹੈਗੇ ਆ। ਅਖੀਰ ਉਹ ਬਰੂਦ ਐਡਾ ਪ੍ਰਦੂਸ਼ਣ ਉਹਦੇ ਮਤਲਬ ਭੈੜਾ ਹੁੰਦਾ ਹੈਗਾ, ਬਿਮਾਰੀਆਂ ਫੈਲਦੀਆਂ ਆ। ਮੈਂ ਤਾਂ ਇਹ ਗੱਲ ਕਹਿੰਦਾ ਵੀ ਇਹ ਚੀਜ਼ ਹੈਗੇ ਨਾ, ਪੁਰਾਣਾ ਸਮਾਂ ਛੱਡੋ, ਹੁਣ ਨਵੇਂ ਸਮਾਂ ਨਾਲ ਡੀਲ ਕਰੋ, ਨਵਾਂ ਸਮਾਂ ਦੇਖੋ ਕੀ ਕਹਿ ਰਿਹਾ। ਬਹੁਤ ਧੰਨਵਾਦ ਜੀ ਤੁਹਾਡਾ। ਹੁਣ ਤਾਂ ਘਰ ਕਾਦੇ ਰਾਵਣ ਤੁਰੇ ਫਿਰਦੇ ਆ, ਕੀ ਕੀਤਾ ਜਾਵੇ ਜੀ ਆਪਣੇ ਉੱਤੇ, ਹੈ ਕਹਿ ਨਹੀਂ ਸਕਦੇ, ਕਿਸੇ ਨੂੰ ਕਹਿ ਨਹੀਂ ਸਕਦੇ, ਇਹ ਵੀ ਗੱਲ ਨਾਲ ਹੈ। ਜੈ ਸ਼੍ਰੀ ਰਾਮ, ਜੈ ਹੋ ਪ੍ਰਭੂ ਮੇਰੇ, ਬੰਮ ਬੰਮ ਬੋਲੇ, ਹਰ ਹਰ ਮਹਾਦੇਵ।